भगवंत मान दा जिहड़ा गुरु है केजरीवाल हिंदुस्तान का सब तो वड्डा राजनीतिक ठग है। उन्हां दी बुनियाद ही जौल जौन ते है। मस्करी दी स्टेज नहीं है भगवंत मान साहब। तुसीं लोकां नूं गुमराह कर लिया, भुलेखा पा लिया। 3 महीने बाद तुहाडी लोकां ने चानण कराता। पंजाबी शब्द बोलदा घोड़ी नूं आती। शर्म आउंदी है सानू कि वो किहड़ी करी सी कि इस पंजाब दे लोकां ने एक ऐसे व्यक्ति नूं इत्थों दे मुख मंत्री बनाउण दा राह पद्धरा कीता जिन्हों यह ही नहीं पता कि गुरु की गोलक का महत्व की है। ਮਸਤੂਆਣਾ ਸਾਹਿਬ ਵਿਖੇ ਕਾਲਜ ਬਣਾਉਣ ਦੇ ਲਈ 36 ਦਿਨਾਂ ਤੋਂ ਚੱਲ ਰਿਹਾ ਧਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਚੁਕਵਾ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿੱਚ ਜਦੋਂ ਵੀ ਕਿਤੇ ਭੀੜ ਪੈਂਦੀ ਹੈ ਤਾਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਉਹਨਾਂ ਮੰਗ ਕੀਤੀ ਕਿ ਮਸਤੂਆਣਾ ਸਾਹਿਬ ਵਿਖੇ ਕਾਲਜ ਬਣਾਇਆ ਜਾਣਾ ਚਾਹੀਦਾ ਹੈ। ਭਗਵੰਤ ਮਾਨ ਸਰਕਾਰ ਪਰ ਇਸ ਮਾਮਲੇ ਵਿੱਚ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਸਰਕਾਰ ਨੂੰ ਪਤਾ ਸੀ ਕਿ ਮਸਤੂਆਣਾ ਸਾਹਿਬ ਵਿਖੇ ਕਾਲਜ ਵਾਲੀ ਜਗ੍ਹਾ ਦਾ ਕੇਸ ਚੱਲ ਰਿਹਾ ਹੈ। ਇਸੇ ਕਰਕੇ ਉਹਨਾਂ ਜਾਣਬੁੱਝ ਕੇ ਇਸ ਜਗ੍ਹਾ ਤੇ ਕਾਲਜ ਬਣਾਉਣ ਦਾ ਐਲਾਨ ਕੀਤਾ ਤਾਂ ਕਿ ਰੌਲਾ ਪੈ ਜਾਵੇਗਾ ਅਤੇ ਸਰਕਾਰ ਦੀ ਲੋਕਾਂ ਵਿੱਚ ਬੱਲੇ ਬੱਲੇ ਹੋ ਜਾਵੇਗੀ। ਉਹਨਾਂ ਕਿਹਾ ਕਿ ਅੱਜ 36 ਦਿਨਾਂ ਤੋਂ ਚੱਲ ਰਿਹਾ ਧਰਨਾ ਸਮਾਪਤ ਕਰਦੇ ਹਾਂ ਤੇ ਸਰਕਾਰ ਦੇ ਖਿਲਾਫ ਹੁਣ ਕਾਨੂੰਨੀ ਲੜਾਈ ਲੜੀ ਜਾਵੇਗੀ। ਗੁਰਚਰਨ ਸਿੰਘ ਗਰੇਵਾਲ ਸੇਵਾਦਾਰ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 36 ਦਿਨ ਤੋਂ ਪਿਛਲੇ ਦਿਨੀ ਜਿਹੜਾ ਇਹ ਧਰਨਾ ਚੱਲ ਰਿਹਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਗਲਤ ਐਲਾਨ ਤੇ ਗਲਤ ਫੈਸਲਾ ਕਰਕੇ ਜਿਹੜੀ ਮਸਤੂਆਣਾ ਸਾਹਿਬ ਦੀ ਜ਼ਮੀਨ ਜਿਹਦੀ ਕਿ ਮਾਲਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ 1964 ਤੋਂ ਲੈ ਕੇ ਅੱਜ ਤੱਕ ਕਾਗਜ਼ਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਬੋਲਦਾ ਝੂਠਾ ਸਰਕਾਰ ਦੇ ਨਾਂ ਤਬਾਦਲਾ ਕਰਕੇ ਐਲਾਨ ਕੀਤਾ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਮਾੜਾ ਕਾਰਜ ਇਹ ਕੀਤਾ ਕਿ ਇਸ ਗੱਲ ਲਈ ਲੋਕਾਂ ਨੂੰ ਗਲਤ ਗੁੰਮਰਾਹ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜ ਨਹੀਂ ਬਣ ਦੇਣਾ ਚਾਹੁੰਦੀ। ਮੈਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ, ਪਹਿਲਾਂ ਵੀ ਇਹ ਗੱਲ ਦਾ ਪਤਾ 36 ਦਿਨ ਤੋਂ ਤੁਹਾਨੂੰ ਇਹ ਮੈਸੇਜ ਦਿੱਤਾ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਇਹ ਗੱਲ ਦੱਸਦੀ ਆ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਤਰ੍ਹਾਂ ਮਸਤੂਆਣਾ ਸਾਹਿਬ ਦੀ ਜ਼ਮੀਨ ਤੇ ਕੋਈ ਵੀ ਮੈਡੀਕਲ ਕਾਲਜ ਕੋਈ ਵੀ ਸੰਸਥਾ ਲੋਕਾਂ ਦੇ ਭਲੇ ਲਈ ਬਣਦੀ ਆ ਉਸ ਦੇ ਰਾਹ ਵਿੱਚ 1% ਵੀ ਡਿੱਕਾ ਨਹੀਂ ਹੈ। ਪਰ ਇਸ ਤਰ੍ਹਾਂ ਵੀ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਕਿਉਂਕਿ ਜ਼ਮੀਨ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਤੇ ਕਾਗਜ਼ ਹੋਰ ਕੋਈ ਬਣੇ ਨੇ, ਗਲਤ ਰਜਿਸਟਰੀ ਕਰਾਈ ਗਈ ਆ ਤੇ ਇਹ ਸਭ ਤੋਂ ਵੱਡਾ ਘਿਨਾਉਣਾ ਕੰਮ ਕੀਤਾ। ਇਹਦੇ ਵਿੱਚ ਮੈਂ ਸ਼ਾਮਲ ਸਮਝਦਾ ਕਿ ਭਗਵੰਤ ਮਾਨ ਕਿਉਂਕਿ 2 ਵਾਰ ਦਾ ਇੱਥੋਂ ਦਾ MP ਰਿਹਾ ਤੇ ਹੁਣ ਵੀ ਇਸ ਇਲਾਕੇ ਨਾਲ ਹੈਗਾ ਉਹਦਾ ਤਾਲਮੇਲ, ਉਹਨੂੰ ਪਤਾ ਹੋਣ ਦੇ ਬਾਵਜੂਦ ਉਹਨੇ ਗਲਤ ਫੈਸਲਾ ਕੀਤਾ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਗੱਲ ਲਈ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। ਇਹ ਗੱਲ ਤੁਹਾਨੂੰ ਸਪਸ਼ਟ ਕਰ ਦਈਏ। ਦੂਜੀ ਗੱਲ ਜਿਹੜੀ ਸਪਸ਼ਟ ਇਹ ਕਰਨਾ ਚਾਹੁੰਦੇ ਆ ਕਿ 16 ਕਹਿੰਦੇ ਮੈਡੀਕਲ ਕਾਲਜ ਬਣਾਉਣੇ ਆ 5 ਸਾਲਾਂ ਦੇ 'ਚ ਤੇ ਹਾਲੇ ਤਾਂ ਇੱਕ ਦਾ ਨੀਂਹ ਪੱਥਰ ਆ ਉਹ ਵੀ ਵਿਵਾਦ ਦੇ ਘੇਰੇ 'ਚ ਆ। ਆਲੇ ਗੁਆਂਢੀਆਂ ਦੇ ਕਿਤੇ ਮਲੇਰਕੋਟਲੇ ਚਲੇ ਜਾਂਦੇ ਆ ਭਗਵੰਤ ਮਾਨ ਜੀ ਉੱਥੇ ਹੀ ਮੈਡੀਕਲ ਕਾਲਜ ਬਣਾਉਂਦੇ ਆ। ਕਹਿੰਦੇ ਜੀ ਮਾਰਚ 'ਚ ਕਲਾਸਾਂ ਸ਼ੁਰੂ ਕਰ ਦੇਣੀਆਂ ਸੀ। ਉਹਨਾਂ ਨੂੰ ਕਲਾਸਾਂ ਲਈ ਅਸੀਂ ਆਪਣੇ ਕਾਲਜ ਦੇ ਕਮਰੇ ਦੇ ਦੇਣੇ, ਕਲਾਸਾਂ ਸ਼ੁਰੂ ਕਰ ਲੈਣ ਪਰ ਵਿਵਾਦ ਖਤਮ ਕਰਨ ਕਿਉਂਕਿ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਕੇ ਧਰਨਾ ਇਸ ਕਰਕੇ ਜਿਹੜਾ ਧਰਨਾ ਲੱਗਾ ਸੀ ਧਰਨੇ ਦਾ ਮਤਲਬ ਇਹ ਸੀ ਕਿ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਕਾਲਜ ਨਹੀਂ ਬਣ ਦੇਣਾ ਚਾਹੁੰਦੀ। ਧਰਨੇ ਦਾ ਮੁੱਖ ਮਕਸਦ ਸੀ ਕਿ ਇਹ ਸੰਗਤ ਨੂੰ ਇਹ ਗੱਲ ਦੱਸੀ ਜਾਵੇ। ਅੱਜ ਸੰਗਤ ਇਸ ਗੱਲ ਲਈ ਸੁਚੇਤ ਹੋ ਚੁੱਕੀ ਆ। ਦੂਸਰਾ ਜਿਹੜਾ ਸਰਕਾਰ ਦਾ ਧੱਕੇਸ਼ਾਹੀ ਦਾ ਕਾਰਜ ਸੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ। ਸਰਕਾਰ ਨੇ ਆਪਣਾ ਕਹਿੰਦੇ ਹੁੰਦੇ ਟਾਲਾ ਵੱਟਿਆ ਵਾ ਉੱਥੋਂ। ਪਰ ਅਸੀਂ ਅੱਜ ਵੀ ਕਹਿੰਦੇ ਆ ਕਿ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਸ਼ਵਰਾ ਕਰਕੇ ਉੱਥੇ ਕਾਲਜ ਬਣਾਵੇ। ਅਸੀਂ ਪੂਰੇ ਖੁੱਲ੍ਹੇ ਦਿਲ ਨਾਲ ਆ ਪਰ ਗਲਤ ਕੰਮ ਨਹੀਂ ਕਰਨਾ ਚਾਹੀਦਾ। ਸਰਕਾਰ ਗਲਤ ਕਰ ਰਹੀ ਸੀ ਜੀ। ਨਹੀਂ ਜੀ ਅਸੀਂ ਕਦੋਂ ਕਹਿੰਦੇ ਆ ਵੀ ਨਾ ਕੌਣ ਕਹਿੰਦੇ ਕਿੱਥੇ ਦਿੱਤਾ ਨਹੀਂ ਉਹਨਾਂ ਦਾ ਦੱਸੋ। ਉਦੋਂ ਬਾਅਦ ਕੋਈ ਆਇਆ ਕੋਈ ਜਵਾਬ ਦਿੱਤਾ? ਸਰਕਾਰ ਨੇ ਗਲਤ ਰਜਿਸਟਰੀ ਕਰਾਈ ਉਸ ਗੱਲ ਦਾ ਜਵਾਬ ਦਿੱਤਾ ਭਗਵੰਤ ਮਾਨ ਨੇ। ਇਸ ਗੱਲ ਲਈ ਅਸੀਂ ਚੈਲੰਜ ਕਰਨ ਜਾ ਰਹੇ ਹਾਂ ਕਿ ਗਲਤ ਰਜਿਸਟਰੀ ਕਰਕੇ ਕੋਈ ਵੀ ਇਮਾਰਤ ਨਹੀਂ ਉਸਰਦੀ। ਸਰਕਾਰ ਇਹ ਕਾਰਜ ਨਹੀਂ ਕਰਦੀ। ਅਸੀਂ ਲੜਾਈ ਲੜਾਂਗੇ ਜੀ ਅੱਗੇ।
ਸਾਰੀਆਂ ਲੜਾਈਆਂ ਲੜਾਂਗੇ ਜੀ, ਕਾਨੂੰਨ ਤਾਂ ਲੜਾਂਗੇ। ਜਿਹੜਾ ਮੋਰਚਾ ਸੀ ਇਹ ਵੀ ਇੱਕ ਲੜਾਈ ਸੀ, ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ। ਉਸ ਗੱਲ ਲਈ ਇਹ ਮੋਰਚਾ ਸਫਲ ਹੋਇਆ, ਦੁਨੀਆ ਨੂੰ ਇਹ ਗੱਲ ਪਤਾ ਲੱਗ ਗਈ ਭਗਵੰਤ ਮਾਨ ਝੂਠ ਬੋਲ ਰਿਹਾ, ਉਹਨੇ ਮੈਡੀਕਲ ਕਾਲਜ ਨਹੀਂ ਬਣਾਉਣਾ, ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਿਹਾ। ਸਰ ਜਿਵੇਂ 37 ਦਿਨਾਂ ਤੋਂ ਬਾਅਦ ਤੁਸੀਂ ਅੱਜ ਧਰਨਾ ਜਿਹੜਾ ਚੱਕ ਰਹੇ ਹੋ, ਕੀ ਤੁਸੀਂ ਕੋਰਟ ਦੇ ਵਿੱਚ ਹੁਣ ਤੱਕ ਰਜਿਸਟਰੀ ਨੂੰ ਚੈਲੰਜ ਕੀਤਾ? ਨਹੀਂ ਜੀ ਨਹੀਂ, ਅਸੀਂ ਅੱਜ ਉਹਦੇ ਖਿਲਾਫ ਪਰਚਾ ਕਰਨ ਵਾਸਤੇ ਅਸੀਂ ਐਸਐਸਪੀ ਨੂੰ ਇੱਕ ਅਰਜੀ ਦੇ ਰਹੇ ਹਾਂ। ਉਹ ਚੈਲੰਜ ਆ ਕੋਰਟ ਦੇ ਵਿੱਚ ਤਾਂ ਪਹਿਲਾਂ ਹੀ ਹੈ, ਜਿਹੜਾ ਕਿ ਨਾ ਸਾਡੇ ਹਾਈ ਕੋਰਟ ਦੇ ਵਿੱਚ ਤਾਂ ਉਸ ਨੂੰ ਚੈਲੰਜ ਹੀ ਆ। ਜਿਨ੍ਹਾਂ ਨੇ ਗਲਤ ਰਜਿਸਟਰੀ ਕੀਤੀ ਕੋਰਟ ਦੇ ਵਿੱਚ ਤਾਂ ਉਹਨਾਂ ਦਾ ਨਾਂ ਹੀ ਹੈ ਨਹੀਂ, ਕਿਸੇ ਵੀ ਤਰ੍ਹਾਂ ਉਹਨਾਂ ਦੀ ਮਾਲਕੀ ਸ਼ੋ ਨਹੀਂ ਹੁੰਦੀ, ਗਲਤ ਗੱਲ ਕਰਕੇ ਇਹ ਗੱਲ ਕੀਤੀ ਹੈ। ਇਸੇ ਕਰਕੇ ਤਾਂ ਇਹ ਧਰਨਾ ਲੱਗਾ ਸੀ, ਲੋਕਾਂ ਨੂੰ ਇਸ ਗੱਲ ਨੂੰ ਦੱਸਣ ਵਾਸਤੇ ਕਿ ਇਹ ਸਰਕਾਰ ਗੁੰਮਰਾਹ ਨਾ ਕਰੇ। ਅਸੀਂ ਚੈਲੰਜ ਜਿਹੜਾ ਉਹਦੀ ਰਜਿਸਟਰੀ ਨੂੰ ਚੈਲੰਜ ਕਰ ਰਹੇ ਹਾਂ। ਇਹ ਦੁਆਰਾ ਐਸਐਸਪੀ ਹੋਣਾ, ਐਸਐਸਪੀ ਨੂੰ ਅਸੀਂ ਮਿਲਣ ਜਾ ਰਹੇ ਹਾਂ। ਉਹ ਤੇ ਜੇ ਕਾਰਵਾਈ ਨਹੀਂ ਕਰੇਗਾ ਅਸੀਂ ਹੋਰ ਰਸਤਾ ਅਖਤਿਆਰ ਕਰਾਂਗੇ। ਸਪੀਚ ਦੇ ਵਿੱਚ ਵੀ ਕਿਹਾ ਸੀ ਕਿ ਸਰਕਾਰ ਟਾਲਾ ਵੱਟ ਰਹੀ ਹੈ ਵੀ ਹੁਣ ਇੱਥੇ ਕਾਲਜ ਨਹੀਂ ਬਣਿਆ, ਕਿਤੇ ਹੋਰ ਬਣੇਗਾ। ਕਿੱਥੇ ਆ ਜੀ ਭਗਵੰਤ ਮਾਨ? ਤੁਸੀਂ ਕਿਹਾ ਸਰ ਜੋ ਸਪੀਚ ਦੇ ਵਿੱਚ ਕਿਹਾ ਤੁਸੀਂ ਔਨ ਰਿਕਾਰਡ ਭਗਵੰਤ ਮਾਨ ਜੀ ਨੇ ਕਹਿੰਦੇ ਮਾਰਚ ਵਿੱਚ ਕਲਾਸਾਂ ਲਾਉਣੀਆਂ। ਗੱਲ ਕਰੇ ਸ਼੍ਰੋਮਣੀ ਕਮੇਟੀ ਨਾਲ, ਗਲਤ ਰਜਿਸਟਰੀ ਕਰਾ ਕੇ ਜਿਹੜਾ ਕੋਈ ਕਰਨਾ ਚਾਹੁੰਦੇ ਆ ਉਹਦੇ ਲਈ ਸਾਹਮਣੇ ਕਲੀਅਰ ਕਰਨ। ਦੁਬਾਰਾ ਦਿਖਾਈ ਨਹੀਂ ਦਿੱਤੇ ਭਗਵੰਤ ਮਾਨ ਜੀ, ਦੁਬਾਰਾ ਉਹਨਾਂ ਦਾ ਬਿਆਨ ਨਹੀਂ ਆਇਆ। ਕਿਉਂ ਨਹੀਂ ਆਇਆ? ਕਹਿੰਦੇ ਕਿ 5 ਮਿੰਟ ਦੇ ਵਿੱਚ ਮਸਲਾ ਹੱਲ ਹੋ ਸਕਦਾ। ਬਿਲਕੁਲ 5 ਮਿੰਟ ਤਾਂ ਜ਼ਿਆਦਾ ਹੈ ਜੀ, 1 ਮਿੰਟ 'ਚ ਹੀ ਹੋ ਸਕਦਾ, 1 ਮਿੰਟ 'ਚ ਹੋ ਸਕਦਾ। ਜਿਹਦੀ ਜ਼ਮੀਨ ਆ ਉਹਦੇ ਨਾਲ ਗੱਲ ਕਰੋ। ਤੁਹਾਡੀ ਜ਼ਮੀਨ ਤੇ ਕੋਈ ਹੋਰ ਆ ਕੇ ਕਾਬਜ਼ ਕਰਕੇ ਕਿਸੇ ਨੂੰ ਰਜਿਸਟਰੀ ਕਰਾਵੇ, ਕਿਹੜੇ ਕਾਨੂੰਨ ਦੀ ਗੱਲ ਹੈ? 35 ਦਿਨ ਦਾ ਧਰਨਾ ਅਗਰ ਤੁਸੀਂ ਕਹਿ ਰਹੇ ਹੋ 5 ਮਿੰਟ ਸਮਾਪਤ ਹੋ 1 ਮਿੰਟ 'ਚ 1 ਮਿੰਟ 'ਚ ਹੀ ਹੋ ਸਕਦਾ, ਤਾਂ ਤੁਸੀਂ ਵੀ ਤਾਂ ਸਰਕਾਰ ਕੋਲ ਜਾ ਕੇ ਤਾਂ ਇਹ ਪ੍ਰਪੋਜ਼ਲ ਦੇ ਸਕਦੇ। ਅਸੀਂ ਇੱਕ ਵਾਰ ਨਹੀਂ ਜੀ, ਮਤਾ ਪਾ ਕੇ ਲਿਖਤੀ ਮਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲਿਖਤੀ ਮਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਵੈਲਿਊ ਰੱਖਦਾ। ਅਸੀਂ ਇਹ ਮਤਾ ਦੇ ਚੁੱਕੇ ਹਾਂ, ਜਨਤਕ ਵੀ ਕਰ ਚੁੱਕੇ ਹਾਂ, ਭਗਵੰਤ ਮਾਨ ਨੂੰ ਚਿੱਠੀ ਵੀ ਪਾ ਚੁੱਕੇ ਹਾਂ। ਉਹ ਨਹੀਂ ਕਰਨਾ ਚਾਹੁੰਦਾ, ਉਹਨੇ ਕਾਲਜ ਨਹੀਂ ਬਣਾਉਣਾ, ਸਿਰਫ ਗੁੰਮਰਾਹ ਕਰ ਰਿਹਾ। ਕੀ ਕੋਈ ਜਵਾਬ ਆਇਆ ਉਸ ਚਿੱਠੀ ਦਾ? ਕੋਈ ਜਵਾਬ ਨਹੀਂ ਆਇਆ। ਚਿੱਠੀ ਦੇ ਵਿੱਚ ਕੀ ਲਿਖਿਆ ਸਰ? ਚਿੱਠੀ ਦੇ ਵਿੱਚ ਇਹੀ ਲਿਖਿਆ ਵੀ ਅਸੀਂ ਕਿ ਨਾ ਮੈਡੀਕਲ ਕਾਲਜ ਬਣਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ, ਜਿਹਦੀ ਜ਼ਮੀਨ ਆ ਉਹਨਾਂ ਨਾਲ ਗੱਲ ਕਰੇ। ਤੁਹਾਡਾ ਮਤਲਬ ਹੈ ਕਿ ਐਸਸੀਬੀਸੀ ਨਾਲ ਆ ਕੇ ਲਿਖਤੀ ਗੱਲਬਾਤ ਜਿਹਦੀ ਜਾਇਦਾਦ ਆ ਉਹਦੇ ਨਾਲ ਗੱਲ ਕਰਨੀ ਬਣਦੀ ਹੈ ਨਾ ਜੀ। ਤੁਸੀਂ ਤਾਂ ਸਿਆਣੇ ਹੋ। ਜੇ ਸ਼੍ਰੋਮਣੀ ਕਮੇਟੀ ਦੀ ਜਾਇਦਾਦ ਆ, ਅੱਜ ਤੱਕ ਉਹਦੇ ਕਾਗਜ਼ਾਂ 'ਚ ਉਹਦਾ ਨਾਮ ਬੋਲਦਾ ਤੇ ਹਾਈ ਕੋਰਟ ਦੇ ਵਿੱਚ ਸਟੇ ਲੱਗਿਆ ਹੋਇਆ, ਤੇ ਉਹਦੇ ਨਾਲ ਹੀ ਗੱਲ ਕਰੇਗੀ। ਤੇ ਜਿਹੜਾ ਕਾਬਜ਼ ਬੈਠਾ ਉੱਥੇ ਉਹਦੇ ਨਾਲ ਗੱਲ ਕਰੇਗੀ। ਸਿਆਣੀ ਗੱਲ ਤਾਂ ਇਹੋ ਹੀ ਆ। ਤੁਸੀਂ ਸਿਆਣੇ ਕਿ ਨਾ ਸਾਰਾ ਮੀਡੀਆ ਵਾ, ਤੁਸੀਂ ਵੀ ਇਸ ਗੱਲ ਦਾ ਸਾਥ ਦਿੱਤਾ, ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਗਰੇਵਾਲ ਸਾਹਿਬ, ਇਸ ਤੋਂ ਇਲਾਵਾ ਸਿੱਖ ਫੌਜੀਆਂ ਨੂੰ ਹੈਲਮਟ ਕੇਂਦਰ ਸਰਕਾਰ ਜ਼ਰੂਰੀ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਚਿੱਠੀ ਲਿਖੀ ਹੈ। ਜੇਕਰ ਇਸੇ ਤਰੀਕੇ ਜਿਵੇਂ ਹੁਣ ਚਿੱਠੀ ਲਿਖੀ ਸੀ ਉਹਦਾ ਵੀ ਕੋਈ ਜਵਾਬ ਨਹੀਂ ਆਉਂਦਾ ਜਾਂ ਕੁਛ ਹੈ, ਫਿਰ ਸ਼੍ਰੋਮਣੀ ਕਮੇਟੀ ਕੀ ਕਰੂਗੀ ਜੀ? ਨਹੀਂ ਜੀ, ਕਿਉਂ ਨਹੀਂ? ਦੇਖੋ ਪਹਿਲਾ ਮਤਾ ਦਾ ਪੱਤਰੀ ਚਲਾਉਣ ਦਾ ਹੀ ਹੁੰਦਾ, ਪਹਿਲੇ ਤਾਂ ਚਿੱਠੀ ਹੁੰਦੀ ਆ। ਕਿਹੜੇ ਮਸਲੇ ਆ ਜਿਨ੍ਹਾਂ ਮਸਲਿਆਂ ਦੇ ਵਿੱਚ ਹੱਲ ਨਹੀਂ ਹੁੰਦੇ? ਸੋ ਇਸ ਸਾਡੀ ਸ਼੍ਰੋਮਣੀ ਕਮੇਟੀ ਵੱਲੋਂ ਉਠਾਏ ਜਿਹੜੇ ਹੈਲਮਟ ਦੇ ਮੁੱਦੇ ਤੇ ਬਹੁਤ ਸਾਰੀਆਂ ਪਾਰਟੀਆਂ ਭਾਵੇਂ ਸਾਡੇ ਨਾਲ ਸਹਿਮਤੀ ਰੱਖਦੀਆਂ, ਵਿਚਾਰਧਾਰਕ ਜਾਂ ਨਹੀਂ ਰੱਖਦੀਆਂ, ਈਵਨ ਕਿ ਇੱਥੋਂ ਤੱਕ ਕਿ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਉਹਨੇ ਵੀ ਇਸ ਗੱਲ ਦਾ ਫੈਸਲਾ ਕਰਤਾ ਕਿ ਇਹ ਗੱਲ ਜਿਹੜੀ ਲਾਗੂ ਨਹੀਂ ਹੋਣੀ ਚਾਹੀਦੀ, ਕਿਉਂਕਿ ਬੁਨਿਆਦੀ ਤੌਰ ਤੇ ਇਹ ਇੱਕ ਸ਼ਰਾਰਤ ਹੈ ਤੇ ਸਾਡੇ ਤੇ ਇੱਕ ਗਲਤ ਫੈਸਲਾ ਥੋਪਿਆ ਜਾ ਰਿਹਾ ਸੀ। ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਇਹ ਕਿਸੇ ਤਰ੍ਹਾਂ ਵੀ ਲਾਗੂ ਹੋਣ ਵਾਲਾ ਨਹੀਂ। ਜਿਵੇਂ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ, ਬੀਜੇਪੀ ਤੁਹਾਡੇ ਨਾਲ ਮਤਭੇਦ ਹੋ ਸਕਦੇ ਨੇ ਜਿਹੜੇ, ਪਰ ਸੈਂਟਰ ਦੇ ਵਿੱਚ ਬੀਜੇਪੀ ਦੀ ਪਾਰਟ ਹੈਗੀ ਹੈ ਸਰਕਾਰ, ਤੇ ਇੱਥੇ ਬੀਜੇਪੀ ਕਹਿ ਰਹੀ ਹੈ ਹੈਲਮਟ ਨਹੀਂ ਹੋਣੇ ਚਾਹੀਦੇ, ਉੱਥੇ ਹੈਲਮਟ ਲਾਗੂ ਕੀਤੇ ਜਾ ਰਹੇ ਨੇ। ਨਹੀਂ ਜੀ, ਉਹਨਾਂ ਨੇ ਫੈਸਲਾ ਕੀਤਾ, ਅਸੀਂ ਉਹਦਾ ਵਿਰੋਧ ਕੀਤਾ। ਆਉਣ ਵਾਲੇ ਦਿਨਾਂ 'ਚ ਦੇਖੋ ਉਹਨੂੰ ਵਾਪਸ ਲੈਂਦੇ ਆ ਜਾਂ ਨਹੀਂ ਲੈਂਦੇ। ਜੇ ਨਹੀਂ ਲੈਣਗੇ ਤਾਂ ਉਹਦੇ ਖਿਲਾਫ ਸੰਘਰਸ਼ ਲੜਿਆ ਜਾਊਗਾ। ਗਰੇਵਾਲ ਸਾਹਿਬ, ਪਾਕਿਸਤਾਨ ਤੋਂ ਜਿਹੜੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਿਆਂ ਦੀ, ਉਹਨਾਂ ਨੇ ਕੁਝ ਬਿਰਧ ਸਰੂਪ ਨੇ ਉੱਥੇ, ਉਹਨਾਂ ਨੂੰ ਹਿੰਦੁਸਤਾਨ ਇੱਥੇ ਭੇਜਣ ਦੀ ਗੱਲ ਕੀਤੀ ਹੈ। ਦਿੱਲੀ ਕਮੇਟੀ ਨੂੰ ਉਹਨਾਂ ਨੇ ਲਿਖਿਆ, ਤੁਹਾਡੇ ਭਾਈਵਾਲ ਨੇ ਸਰਨਾ ਭਰਾ, ਉਹਨਾਂ ਦੇ ਵੱਲੋਂ ਉਹਦੇ ਉੱਤੇ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ। ਜੇ ਦਿੱਲੀ ਕਮੇਟੀ ਉਹਨਾਂ ਸਰੂਪਾਂ ਨੂੰ, ਕਿਉਂਕਿ ਬਹੁਤ ਸਾਰੇ ਹੱਥ-ਲਿਖ ਸਰੂਪ ਵੀ ਦੱਸੇ ਜਾ ਰਹੇ ਆ ਵਿੱਚ ਨੇ, ਜੋ ਇੱਕ ਬਹੁਤ ਵੱਡਾ ਖਜ਼ਾਨਾ ਇਤਿਹਾਸ ਦਾ ਸੋਮਾ ਹੋ ਸਕਦੇ ਆ, ਜੇ ਨਹੀਂ ਉਹ ਸਾਂਭਣਗੇ ਤਾਂ ਸ਼੍ਰੋਮਣੀ ਕਮੇਟੀ ਸਾਂਭੂਗੀ ਜੀ ਉਹਨਾਂ ਨੂੰ? ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਪੁਰਾਤਨ ਸਰੂਪ ਨੇ, ਤੁਹਾਨੂੰ ਸ਼ਾਇਦ ਜਾਣਕਾਰੀ ਦੇ ਦਈਏ ਕਿ ਪਹਿਲਾਂ ਬਹੁਤ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਅਗਨ ਭੇਟ ਕਰਨ ਦੀ ਸੇਵਾ ਚੱਲਦੀ ਸੀ, ਉਹ ਅਕਾਲ ਤਖਤ ਸਾਹਿਬ ਵੱਲੋਂ ਬੰਦ ਕਰਾ ਦਿੱਤੀ ਗਈ। ਉਹਦਾ ਕਾਰਨ ਕੀ ਸੀ ਕਿ ਸਾਡੀਆਂ ਜਿਹੜੀਆਂ ਪੁਰਾਤਨ ਜਿਹੜੇ ਹੱਥ ਲਿਖਤਾਂ ਗ੍ਰੰਥ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ, ਉਹ ਜਿਹੜੇ ਆ ਬਹੁਤ ਕੀਮਤੀ ਨੇ ਤੇ ਉਹ ਸੰਭਾਲਣ ਵਾਸਤੇ ਨੇ। ਸੋ ਇਸ ਕਰਕੇ ਹੁਣ ਸਿਰਫ ਗੋਇੰਦਵਾਲ ਸਾਹਿਬ ਸੇਵਾ ਹੁੰਦੀ ਹੈ। ਉੱਥੇ ਸਾਡੇ ਜਿਹੜੇ ਪ੍ਰਚਾਰਕ ਤੇ ਗ੍ਰੰਥੀ ਆ, ਉਹ ਸਾਰੇ ਜਿਹੜੇ ਸਰੂਪ ਆ ਉਹਨਾਂ ਦੀ ਉਹ ਕਹਿੰਦੇ ਸੇਵਾ ਕਰਦੇ ਆ, ਜਿਹੜੇ ਰੱਖਣ ਯੋਗ ਨੇ। ਜਿਹੜੀਆਂ ਸਾਡੀਆਂ ਬੜੀਆਂ ਇੱਕ ਬੇਸ਼ਕੀਮਤੀ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਰੱਖਦੇ ਆ। ਜਿਹੜੀ ਹੁਣ ਪਾਕਿਸਤਾਨ ਸਰਕਾਰ ਵਾਲੀ ਆ, ਇਹ ਪਾਕਿਸਤਾਨ ਤੋਂ ਨਹੀਂ ਸ਼ਾਇਦ ਆ ਰਹੇ, ਇਹ ਕਿ ਨਾ ਅਫਗਾਨਿਸਤਾਨ ਜਾਂ ਹੋਰ ਦੇਸ਼ਾਂ ਤੋਂ ਆ ਰਹੇ ਨੇ। ਪਹਿਲਾਂ ਜਹਾਜ਼ ਦੁਆਰਾ ਆਏ, ਉਹ ਜਦੋਂ ਜਹਾਜ਼ ਤੋਂ ਉਤਰੇ ਤੇ ਉਦੋਂ ਦਿੱਲੀ ਕਮੇਟੀ ਜਿਹੜੀ ਉੱਥੇ ਨੇੜੇ ਸੀ, ਉਹਨਾਂ ਨੇ ਉਹ ਸਰੂਪ ਉੱਥੇ ਲੈ ਗਏ। ਪਰ ਹੁਣ ਜਿਹੜੇ ਗੁਰਦੁਆਰਾ ਮਜਨੂ ਟੇਲਾ ਜਾਣੇ ਸਨ 200 ਸਰੂਪ,
ਕਿਉਂਕਿ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਵਿਖੇ ਗੁਰੂ ਸਾਹਿਬ ਦੀ ਅਗਨ ਭੇਟ ਦੀ ਸੇਵਾ ਕੀਤੀ ਜਾਂਦੀ ਆ। ਸੋ ਇਸ ਗੱਲ ਲਈ ਕਈ ਸੰਗਤ ਦੇ ਮਨ ਦੇ ਵਿੱਚ ਸ਼ੰਕਾ ਸੀਗੀ, ਉਹ ਜਿਹੜੇ ਸਰੂਪ ਬਾਹਰੋਂ ਆ ਰਹੇ ਨੇ ਉਹ ਸਾਰੇ ਹੱਥ ਲਿਖਤ ਨੇ, ਪੁਰਾਤਨ ਨੇ, ਤੇ ਉਹਨਾਂ ਨੂੰ ਕਿਨਾ ਅਗਨ ਭੇਟ ਨਹੀਂ ਕਰਨਾ ਚਾਹੀਦਾ। ਪਰ ਉਸ ਤੋਂ ਪਹਿਲਾਂ ਹੀ ਜਿਹੜੀ ਪਾਕਿਸਤਾਨ ਦੀ ਜਿਹੜੀ ਹੈ ਔਕਾਫ ਬੋਰਡ ਆ, ਉਹਨਾਂ ਨੇ ਇਸ ਗੱਲ ਦਾ ਫੈਸਲਾ ਵਾਪਸ ਲੈ ਲਿਆ। ਸ਼ਾਇਦ ਉਹ ਉੱਥੇ ਹੀ ਕਿਨਾ ਗੁਰੂ ਸਾਹਿਬ ਦੇ ਸਰੂਪ ਰੱਖਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇ ਇਸ ਗੱਲ ਦੀ ਸੇਵਾ ਮਿਲੇਗੀ ਤਾਂ ਸ਼੍ਰੋਮਣੀ ਕਮੇਟੀ ਆਪਣਾ ਬਣਦਾ ਫਰਜ਼ ਅਦਾ ਕਰੇਗੀ। ਗਰੇਵਾਲ ਸਾਹਿਬ, ਇੱਕ ਆਖਰੀ ਸਵਾਲ, ਸਿੰਧੀ ਸਿੰਘਾਂ ਦਾ ਇੰਦੌਰ ਦੇ ਵਿੱਚ ਮਸਲਾ ਹੋਇਆ ਕਿ ਉਹਨਾਂ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਨੇ ਘਰਾਂ ਦੇ ਵਿੱਚ, ਤੇ ਕੁਝ ਜਿਹੜੀਆਂ ਸੰਸਥਾਵਾਂ ਨੇ, ਸਿੱਖ ਸੰਸਥਾਵਾਂ, ਉਸ ਦਾ ਵਿਰੋਧ ਕਰ ਰਹੀਆਂ ਨੇ। ਤੁਸੀਂ ਇੱਕ ਸ਼੍ਰੋਮਣੀ ਕਮੇਟੀ ਨੇ ਵਫਦ ਭੇਜਿਆ ਇੰਦੌਰ, ਉਹਦੀ ਹੁਣ ਤੱਕ ਦੀ ਕੀ ਸਟੇਟਸ ਰਿਪੋਰਟ ਹੈ ਜੀ? ਦੇਖੋ, ਉਹ ਹਾਲ ਤੱਕ ਵਾਪਸ ਨਹੀਂ ਆਇਆ, ਪਰ ਉਹਨਾਂ ਨੇ ਸਟੇਟਸ, ਦੇਖੋ ਇੱਕ ਗੱਲ ਕਲੀਅਰ ਕਰ ਦਈਏ ਤੁਹਾਡੇ ਦੁਆਰਾ, ਅਸੀਂ ਇਹ ਗੱਲ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਦੁਨੀਆ ਦੇ ਅੰਦਰ ਨਾਨਕ ਨਾਮ ਲੈਵਾ ਸੰਗਤ ਬਹੁਤ ਹੈ, ਤੇ ਅਸੀਂ ਉਹ ਸਾਡੇ ਇਸ ਸਿੱਖ ਪੰਥ ਦਾ ਇੱਕ ਹਿੱਸਾ ਨਹੀਂ, ਭਾਵੇਂ ਕਿ ਉਹ ਅੰਮ੍ਰਿਤਧਾਰੀ ਹੈ ਨਾ ਜਾਂ ਨਹੀਂ ਹੈ, ਪਰ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ। ਉਹ ਬਹੁਤ ਸਾਰੇ ਜਿਹੜੇ ਸਿੰਧੀ ਸਿੱਖ ਆ, ਉਹ ਗੁਰੂ ਸਾਹਿਬ ਦੇ ਪ੍ਰਤੀ ਸਤਿਕਾਰ, ਗੁਰੂ ਸਾਹਿਬ ਦੀ ਸੇਵਾ ਕਰਦੇ ਨੇ। ਇਹ ਕੁਝ ਗੱਲਾਂ ਦੇਖਣ ਨੂੰ ਚਾਹੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਪ੍ਰਕਾਸ਼ ਨੇ, ਉਸ ਜਗ੍ਹਾ ਦੇ ਉੱਤੇ ਜਿਹੜੀ ਮਰਜ਼ਾਦਾ ਵਾ, ਉਸ ਮਰਜ਼ਾਦਾ ਨੂੰ ਇੱਕ ਦੋ ਥਾਵਾਂ ਤੇ ਅਣਡਿੱਠ ਹੋਇਆ, ਜਿਹਦੀਆਂ ਵੀਡੀਓ ਸਾਹਮਣੇ ਆਈਆਂ। ਸੋ ਉਹਨਾਂ ਦੋ ਚਾਰ ਗੱਲਾਂ ਨੂੰ ਲੈ ਕੇ ਸਮੁੱਚੇ ਸਿੰਧੀ ਸਮਾਜ ਨੂੰ ਅਸੀਂ ਆਪਣੇ ਨਾਲੋਂ ਵੱਖ ਨਹੀਂ ਕਰ ਸਕਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਉੱਥੋਂ ਦੀ ਰਿਪੋਰਟ ਆਉਂਦੀ ਆ, ਸਿੰਧੀ ਸਮਾਜ ਦੇ ਭਾਵਨਾ ਜਿਹੜੀ ਗੁਰੂ ਪ੍ਰਤੀ ਆ, ਉਹਨੂੰ ਪੂਰਨ ਤੌਰ ਤੇ ਸਤਿਕਾਰ ਕਰਦੇ ਆ, ਉਹਨਾਂ ਦਾ ਸਹਿਯੋਗ ਕਰਦੇ ਆ, ਉਹਨਾਂ ਨੂੰ ਅਸੀਂ ਨਾਲ ਰੱਖਾਂਗੇ। ਪਰ ਜੇ ਇੱਕ ਦੋ ਥਾਵਾਂ ਤੇ ਕਿਸੇ ਤਰ੍ਹਾਂ ਕੋਈ ਬੇਹੁਰਮਤੀ ਹੋਈ ਆ ਗੁਰੂ ਸਾਹਿਬ ਦੇ ਸਤਿਕਾਰ ਵਿੱਚ, ਤਾਂ ਉਹਨੂੰ ਸੁਧਾਰਨ ਵਾਸਤੇ ਵੀ ਅਸੀਂ ਆਪਣੇ ਇੱਥੋਂ ਪ੍ਰਚਾਰਕ ਭੇਜਾਂਗੇ, ਤੇ ਉਹਨਾਂ ਨੂੰ ਇਸ ਗੱਲ ਲਈ ਜਾਣਕਾਰੀ ਵੀ ਦੇਵਾਂਗੇ ਕਿ ਜੇ ਤੁਹਾਡੀ ਅਣਜਾਣਪੁਣੇ 'ਚ ਇਹ ਗੱਲ ਹੋਈ ਆ ਤਾਂ ਇਹਨੂੰ ਸੁਧਾਰ ਕਰ ਲਿਆ ਜਾਵੇ। ਜੇ ਜਾਣਬੁੱਝ ਕੇ ਕਰਦੇ ਆ ਤਾਂ ਫਿਰ ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ।